हेलो डियर स्टूडेंट्स, हाउ आर यू। ਅੱਜ ਅਸੀਂ ਕਰ ਰਹੇ ਹਾਂ ਜੀ ਚੈਪਟਰ ਇਲੈਕਟ੍ਰਿਕ ਪੋਟੈਂਸ਼ੀਅਲ ਤੇ ਇਸ ਦਾ ਸਾਡਾ ਇਹ 4th ਪਾਰਟ ਹੈ। ਜੇ ਤੁਸੀਂ ਪਹਿਲਾਂ ਵਾਲੇ ਪਾਰਟ ਨਹੀਂ ਦੇਖੇ ਤਾਂ ਉਹਨਾਂ ਦੀ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਰਿਹਾ ਤੇ ਜੋ PDF ਨੋਟਸ ਹੈ ਉਹ ਵੀ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਡਾਊਨਲੋਡ ਕਰ ਸਕਦੇ ਹੋ। ਤਾਂ ਅੱਜ ਦਾ ਆਪਣਾ ਟੌਪਿਕ ਹੈ ਇਕੁਈਪੋਟੈਂਸ਼ੀਅਲ ਸਰਫੇਸਿਸ। ਬਹੁਤ ਹੀ ਸਿੰਪਲ ਈਜ਼ੀ ਟੌਪਿਕ ਹੈ ਤੇ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਕੁਈਪੋਟੈਂਸ਼ੀਅਲ ਨਾਮ ਤੋਂ ਹੀ ਕਲੀਅਰ ਹੋ ਰਿਹਾ ਕਿ ਇਕੁਅਲ ਪੋਟੈਂਸ਼ੀਅਲ ਕਿ ਇੱਕ ਸਰਫੇਸ ਹੈ ਜਿਸ ਦੇ ਉੱਪਰ ਪੋਟੈਂਸ਼ੀਅਲ ਸੇਮ ਰਹਿੰਦੀ ਹੈ। ਤਾਂ ਆਪਾਂ ਕਿਸ ਤਰ੍ਹਾਂ ਡਿਫਾਈਨ ਕਰਦੇ ਹਾਂ ਜੀ, ਦੇਖੋ ਤਾਂ ਇਟ ਇਜ਼ ਦ ਸਰਫੇਸ ਐਟ ਵਿਚ ਪੋਟੈਂਸ਼ੀਅਲ ਇਜ਼ ਕੌਨਸਟੈਂਟ ਐਟ ਆਲ ਦ ਪੁਆਇੰਟਸ ਔਨ ਇਟ। ਕਿ ਸਰਫੇਸ ਦੇ ਉੱਪਰ ਤੁਸੀਂ ਕੋਈ ਵੀ ਪੁਆਇੰਟ ਲੈ ਲਓ ਤਾਂ ਸਾਰੇ ਪੁਆਇੰਟਸ ਦੇ ਉੱਪਰ ਸਰਫੇਸ ਤੇ ਪੋਟੈਂਸ਼ੀਅਲ ਸੇਮ ਹੋਏਗੀ। ਜਿਸ ਤਰ੍ਹਾਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਇੱਕ ਪੁਆਇੰਟ ਚਾਰਜ ਦੀ, ਆਪਾਂ ਇੱਕ ਪੁਆਇੰਟ ਚਾਰਜ ਲੈ ਰਹੇ ਹਾਂ Q ਤੇ ਪੁਆਇੰਟ ਚਾਰਜ ਦੀ ਪੋਟੈਂਸ਼ੀਅਲ ਦਾ ਕੀ ਫਾਰਮੂਲਾ ਹੁੰਦਾ ਐਟ ਅ ਡਿਸਟੈਂਸ R। ਜੇ ਆਪਾਂ ਪੋਟੈਂਸ਼ੀਅਲ ਕੈਲਕੂਲੇਟ ਕਰਦੇ ਹਾਂ ਤਾਂ ਉਸਦੀ ਪੋਟੈਂਸ਼ੀਅਲ ਦਾ ਫਾਰਮੂਲਾ ਹੁੰਦਾ V = 1/4πε0 Q / R। ਤਾਂ ਸਿਰਫ ਇਹਦੇ ਵਿੱਚ R ਡਿਸਟੈਂਸ ਹੀ ਹੈ ਜੋ ਵੇਰੀ ਕਰ ਰਿਹਾ। ਜੇ ਆਪਾਂ R ਵੀ ਕੌਨਸਟੈਂਟ ਕਰ ਦਈਏ ਤਾਂ V ਕੌਨਸਟੈਂਟ ਹੋ ਜਾਏਗੀ। ਤਾਂ V ਇਜ਼ ਕੌਨਸਟੈਂਟ ਇਫ R ਇਜ਼ ਕੌਨਸਟੈਂਟ। ਤੇ ਜੇ ਆਪਾਂ R ਕੌਨਸਟੈਂਟ ਮੰਨ ਕੇ ਇੱਕ ਸਰਫੇਸ ਡਰਾ ਕਰਦੇ ਹਾਂ ਇੱਕ ਪੋਜ਼ਿਟਿਵ ਚਾਰਜ ਤੋਂ Q ਤੋਂ ਤਾਂ ਉਹ ਸਫੀਅਰ ਬਣੇਗੀ। ਦੇਖੋ ਤਾਂ ਮੈਂ ਇੱਕ ਡਾਇਗਰਾਮ ਡਰਾ ਕੀਤੀ ਹੈ ਜਿਸ ਦੇ ਵਿੱਚ ਇੱਕ Q ਚਾਰਜ ਹੈ +Q ਪੁਆਇੰਟ ਚਾਰਜ ਲੈ ਰਹੇ ਹਾਂ। ਤਾਂ ਇਸ ਦੇ ਰਾਊਂਡ ਰੇਡੀਅਸ R ਅਜ਼ਿਊਮ ਕਰਕੇ ਜੇ ਆਪਾਂ ਇੱਕ ਸਰਫੇਸ ਡਰਾ ਕਰਦੇ ਹਾਂ, ਇੱਕ ਸਫੀਅਰ ਡਰਾ ਕਰਦੇ ਹਾਂ, ਤਾਂ ਇਸ ਸਫੀਅਰ ਦੇ ਉੱਪਰ ਆਪਾਂ ਜਿੱਥੇ ਮਰਜ਼ੀ ਪੁਆਇੰਟ ਲਵਾਂਗੇ ਜੀ ਪੋਟੈਂਸ਼ੀਅਲ ਜਿਹੜੀ ਹੈ ਉਹ ਸੇਮ ਹੋਏਗੀ। ਜਾਂ ਇੱਕ ਹੋਰ ਸਫੀਅਰ ਡਰਾ ਕੀਤਾ ਹੈ ਤਾਂ ਇੱਕ ਪੁਆਇੰਟ ਚਾਰਜ ਦੇ ਰਾਊਂਡ ਇਕੁਈਪੋਟੈਂਸ਼ੀਅਲ ਸਰਫੇਸ ਕਿਸ ਤਰ੍ਹਾਂ ਦੀ ਹੋਏਗੀ, ਸਫੀਅਰ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਕਿ ਇੱਕ ਪੁਆਇੰਟ ਚਾਰਜ ਦੀ ਇਕੁਈਪੋਟੈਂਸ਼ੀਅਲ ਸਰਫੇਸ ਕਿਸ ਤਰ੍ਹਾਂ ਦੀ ਹੋਏਗੀ, ਇਟਸ ਸਫੈਰੀਕਲ। ਤਾਂ ਇਹਨਾਂ ਸਾਰੇ ਪੁਆਇੰਟਸ ਦੇ ਉੱਪਰ ਪੋਟੈਂਸ਼ੀਅਲ ਜੋ ਹੈ ਕੌਨਸਟੈਂਟ ਹੋਏਗੀ। ਫॉर ਯੂਨੀਫਾਰਮ ਇਲੈਕਟ੍ਰਿਕ ਫੀਲਡ, ਤਾਂ ਯੂਨੀਫਾਰਮ ਇਲੈਕਟ੍ਰਿਕ ਫੀਲਡ ਨੂੰ ਆਪਾਂ ਪੈਰਲਲ ਇਕੁਈਡਿਸਟੈਂਟ ਲਾਈਨਸ ਦੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। ਤਾਂ ਜੋ ਇਹ ਲਾਈਨਸ ਮੈਂ ਡਰਾ ਕਰ ਰਿਹਾ ਇਹ ਫੀਲਡ ਲਾਈਨਸ ਹੈ। ਪਿਛਲੀ ਡਾਇਗਰਾਮ ਦੇ ਵਿੱਚ ਵੀ ਜੋ ਇਹ ਲਾਈਨਸ ਹੈ ਇਹ ਫੀਲਡ ਲਾਈਨਸ ਹੈ, ਇਲੈਕਟ੍ਰਿਕ ਫੀਲਡ ਲਾਈਨਸ ਜੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਜੋ ਇਹ ਹੈ ਇਹ ਸਰਫੇਸ ਹੈ। ਜੋ ਯੂਨੀਫਾਰਮ ਇਲੈਕਟ੍ਰਿਕ ਫੀਲਡ ਕੀ ਹੁੰਦਾ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜਿਹੜਾ ਇਲੈਕਟ੍ਰਿਕ ਫੀਲਡ ਕੌਨਸਟੈਂਟ ਹੁੰਦਾ ਮੈਗਨੀਚਿਊਡ ਤੇ ਡਾਇਰੈਕਸ਼ਨ ਦੇ ਵਿੱਚ ਤੇ ਉਹਨੂੰ ਆਪਾਂ ਪੈਰਲਲ ਇਕੁਈਡਿਸਟੈਂਟ ਲਾਈਨਸ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਹੁਣ ਇਹਦੇ ਵਿੱਚ ਜੇ ਆਪਾਂ ਇਕੁਈਪੋਟੈਂਸ਼ੀਅਲ ਸਰਫੇਸ ਡਰਾ ਕਰਨੀ ਹੈ ਤਾਂ ਇੱਕ ਪਲੇਨ ਹੋਏਗਾ ਜਿਹੜਾ ਕਿ ਲਾਈਨਸ ਦੇ ਪਰਪੈਂਡੀਕੂਲਰ ਹੋਏਗਾ। ਤਾਂ ਜੇ ਆਪਾਂ ਪਲੇਨਸ ਡਰਾ ਕਰਦੇ ਹਾਂ ਇਹਦੇ ਵਿੱਚ ਇਕੁਈਡਿਸਟੈਂਟ ਤਾਂ ਉਹ ਇਕੁਈਪੋਟੈਂਸ਼ੀਅਲ ਸਰਫੇਸਿਸ ਨੂੰ ਰਿਪਰੈਜ਼ੈਂਟ ਕਰਨਗੇ। ਤਾਂ ਇੱਥੇ ਆਪਾਂ ਇੱਕ ਨਾਲੋਂ ਜ਼ਿਆਦਾ ਇਕੁਈਪੋਟੈਂਸ਼ੀਅਲ ਸਰਫੇਸਿਸ ਰਿਪਰੈਜ਼ੈਂਟ ਕਰ ਰਹੇ ਹਾਂ। ਇਸ ਸਾਰੀ ਸਰਫੇਸ ਦੇ ਉੱਪਰ ਪੋਟੈਂਸ਼ੀਅਲ ਜਿਹੜੀ ਹੈ ਉਹ ਕੌਨਸਟੈਂਟ ਹੋਏਗੀ। ਆਪਾਂ ਇੱਕ ਪੁਆਇੰਟ ਚਾਰਜ ਲਈ ਇਕੁਈਪੋਟੈਂਸ਼ੀਅਲ ਸਰਫੇਸ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਯੂਨੀਫਾਰਮ ਇਲੈਕਟ੍ਰਿਕ ਫੀਲਡ ਲਈ ਇਕੁਈਪੋਟੈਂਸ਼ੀਅਲ ਸਰਫੇਸ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਤੇ ਇਸੇ ਤਰ੍ਹਾਂ ਤੁਸੀਂ ਪੇਅਰ ਆਫ ਪੋਜ਼ਿਟਿਵ ਚਾਰਜਸ ਲਈ ਇਕੁਈਪੋਟੈਂਸ਼ੀਅਲ ਸਰਫੇਸਿਸ ਡਰਾ ਕਰ ਸਕਦੇ ਹੋ। ਇੱਕ ਡਾਈਪੋਲ ਲਈ ਫॉर ਅ ਪੇਅਰ ਆਫ ਪੋਜ਼ਿਟਿਵ ਐਂਡ ਨੈਗੇਟਿਵ ਚਾਰਜ ਆਪਾਂ ਇਕੁਈਪੋਟੈਂਸ਼ੀਅਲ ਸਰਫੇਸਿਸ ਡਰਾ ਕਰ ਰਹੇ ਹਾਂ। ਦੇਖੋ ਇਸ ਤਰ੍ਹਾਂ ਦੀਆਂ ਹੁੰਦੀਆਂ ਜੀ ਇਕੁਈਪੋਟੈਂਸ਼ੀਅਲ ਸਰਫੇਸ ਫॉर ਅ ਪੇਅਰ ਆਫ 2 ਪੋਜ਼ਿਟਿਵ ਚਾਰਜਸ ਜਾਂ ਅ ਪੇਅਰ ਆਫ ਪੋਜ਼ਿਟਿਵ ਚਾਰਜ ਐਂਡ ਨੈਗੇਟਿਵ ਚਾਰਜ। these surfaces you can draw by yourself। ਹੁਣ ਕੁਝ ਪ੍ਰੋਪਰਟੀਜ਼ ਹੈ ਇਕੁਈਪੋਟੈਂਸ਼ੀਅਲ ਸਰਫੇਸਿਸ ਦੇ ਨਾਲ ਰਿਲੇਟਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਕੁਝ ਕੁਐਸਚਨ ਪੁੱਛੇ ਜਾਂਦੇ ਆ ਸ਼ਾਰਟ ਆਨਸਰ। ਤਾਂ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ। ਉਹ ਕੁਐਸਚਨ ਹੈ ਜੀ ਕਿ ਵਰਕ ਡਨ ਇਨ ਮੂਵਿੰਗ ਦਾ ਚਾਰਜ ਓਵਰ ਇਕੁਈਪੋਟੈਂਸ਼ੀਅਲ ਸਰਫੇਸ ਇਜ਼ 0। ਕਿ ਸਪੋਜ਼ ਕਰੋ ਇਹ ਇਕੁਈਪੋਟੈਂਸ਼ੀਅਲ ਸਰਫੇਸ ਹੈ, ਇਹ ਇਕੁਈਪੋਟੈਂਸ਼ੀਅਲ ਸਰਫੇਸ ਹੈ, ਠੀਕ ਹੈ। ਇਹਦੇ ਉੱਪਰ 2 ਪੁਆਇੰਟ ਲੈ ਲੈਂਦੇ ਹਾਂ A ਤੇ B। ਇੱਕ ਚਾਰਜ ਨੂੰ Q0 ਨੂੰ A ਤੋਂ ਲੈ ਕੇ B ਤੱਕ ਮੂਵ ਕਰਦੇ ਹਾਂ ਤੇ ਵਰਕ ਡਨ ਦਾ ਫਾਰਮੂਲਾ ਯੂਜ਼ ਕਰਦੇ ਹਾਂ। ਵਰਕ ਡਨ ਦਾ ਫਾਰਮੂਲਾ ਕੀ ਹੁੰਦਾ, ਵਰਕ ਡਨ ਪਰ ਯੂਨਿਟ ਚਾਰਜ ਇਜ਼ ਇਕੁਅਲ ਟੂ VB - VA। ਪੋਟੈਂਸ਼ੀਅਲ ਡਿਫਰੈਂਸ ਦੀ ਡੈਫੀਨੇਸ਼ਨ ਹੈ। ਤਾਂ ਵਰਕ ਡਨ ਕਿਸ ਦੇ ਇਕੁਅਲ ਹੋ ਜਾਏਗਾ, Q0 × VB - VA। ਕਿਉਂਕਿ ਇਕੁਈਪੋਟੈਂਸ਼ੀਅਲ ਸਰਫੇਸ ਹੈ ਤੇ ਜਿੰਨੀ ਪੋਟੈਂਸ਼ੀਅਲ A ਪੁਆਇੰਟ ਤੇ ਹੋਏਗੀ ਉਨੀ ਹੀ B ਤੇ ਹੋਏਗੀ। VA ਤੇ VB ਤਾਂ ਇਕੁਅਲ ਹੈ ਤਾਂ VB - VA ਕਿੰਨਾ ਹੋ ਜਾਏਗਾ, 0। ਸੋ ਵਰਕ ਡਨ ਇਨ ਮੂਵਿੰਗ ਦਾ ਪੁਆਇੰਟ ਚਾਰਜ ਓਵਰ ਇਕੁਈਪੋਟੈਂਸ਼ੀਅਲ ਸਰਫੇਸ ਇਜ਼ 0। ਠੀਕ ਹੈ ਜੀ, ਪੋਟੈਂਸ਼ੀਅਲ ਸੇਮ ਹੈ ਇਸ ਲਈ ਵਰਕ ਡਨ 0 ਹੋ ਜਾਏਗਾ। ਇਟਸ ਵੈਰੀ ਇੰਪੋਰਟੈਂਟ। एक और बहुत इंपॉर्टेंट प्रॉपर्टी है जी कि जो इलैक्ट्रिक फील्ड है उसकी डायरेक्शन हमेशा इक्विपोटेंशियल सरफेस के परपेंडिकुलर होती है।
ठीक है। पिछे भी डायग्राम्स दे विच तुसीं देखिया होएगा जिहड़ियां आपां ड्रॉ कीतियां है वो इलैक्ट्रिक फील्ड लाइनस है तो ये सफेरिकल सरफेस है तो ये लाइनस सरफेस दे परपेंडिकुलर है जां ये यूनीफॉर्म इलैक्ट्रिक फील्ड दे विच आपां प्लेन्स ड्रॉ कीते हैं तो ये लाइनस भी सरफेस दे परपेंडिकुलर है। तो हुण आपां ये एक्सप्लेन कर रहे हैं कि ये किस तरह होंदा है। देखो कि फिर डेफिनेशन यूज़ करते हैं पोटेंशियल डिफरेंस दी कि वर्क डन पर यूनिट चार्ज इज़ इक्वल टू पोटेंशियल डिफरेंस वी बी माइनस वी ए। तो वर्क डन किस तरह कैलकुलेट करते हैं, ये वर्क डन कैलकुलेट करते हैं जी फोर्स तो पर यूनिट चार्ज है तो क्यू नॉट इंटू ई मतलब फोर्स हो गया जी डॉट डी एक्स एफ डॉट डी एक्स क्यू नॉट उधर जाके डिवाइड हो गया। ठीक है, हुण क्योंकि पोटेंशियल सेम है वी बी इज इक्वल टू वी ए, दोनों पॉइंट्स दे विच तो वी बी माइनस वी ए जीरो हो जाएगा, वी बी माइनस वी ए जीरो हो जाएगा। इसका मतलब ई डॉट डी एक्स जीरो हो जाएगा। ई डॉट डी एक्स कदों जीरो होएगा, हम डी एक्स वो डिस्टेंस है जिस दे नाल आपां इसनूं मूव करवा रहे हैं। चलो ये तो वैसे ही रिप्रजेंट करता कि मैं परपेंडिकुलर होंदा है, ठीक है ना। ई डॉट डी एक्स इज इक्वल टू जीरो है, हुण ना तो ई जीरो है ना डी एक्स जीरो है, ठीक है। इसका मतलब ई डॉट डी एक्स जे आपां इसनूं होर ओपन करके लिख सकते हैं तो बन जाएगा ई डी एक्स कॉस थीटा डॉट प्रोडक्ट ओपन करके। तो ये जे ई डी एक्स कॉस थीटा है इसका मतलब है कि कॉस थीटा जीरो है। तो कॉस थीटा जीरो कदों होंदा है जो थीटा 90 डिग्री होंदा है। इट मीनस ई इज़ परपेंडिकुलर टू डी एक्स। ठीक है जी, क्लीयर हो गया। नैक्सट प्रॉपर्टी जी है जी बहुत ही ज़्यादा इंपॉर्टेंट है कि टू इक्विपोटेंशियल सरफेसिस कैन नॉट इंटरसेक्ट ईच अदर। आप पहले इलैक्ट्रिक लाइनस लिए भी यही प्रॉपर्टी की थी कि टू इलैक्ट्रिक लाइनस ऑफ फोर्स कैन नॉट इंटरसेक्ट ईच अदर। तो वही कुछ वो जिहा रीजन ही इत्थे बनता। देखो जी इलैक्ट्रिक फील्ड इंटेंसिटी की डायरैक्शन है वो सरफेस के परपेंडिकुलर है। जो दो सरफेसिस कट करनगियां तो जिथे कट करनगियां उस जगह तो दो डायरैक्शनस हो जाएगियां, तो एक जगह ते एक वैक्टर दियां दो डायरैक्शनस पॉसिबल नहीं होंदियां। ठीक है, तो इत्थे भी आप सेम रीजन देना है कि एट द पॉइंट ऑफ इंटरसेक्शन देयर विल बी टू डायरेक्शंस ऑफ इलैक्ट्रिक फील्ड इंटेंसिटी विच इज़ नॉट पॉसिबल। वेरी ईजी। नैक्सट टॉपिक है जी इलैक्ट्रिक पोटेंशियल ग्रेडियंट। ग्रेडियंट वर्ड आप यूज़ करते हैं जी कि कुछ कोई चीज़ इनक्रीज़ कर रही है या डिक्रीज़ कर रही है। जे मैथमेटिकली मैं तुहानूं दसां कि कोई भी क्वांटिटी फिजिकल क्वांटिटी जो डिस्टेंस के नाल वेरी करती है तो उसनूं ग्रेडियंट बोलिया जाता है। जिवें +1 दे विच आपां टैंपरेचर ग्रेडियंट कीता सी, तुहानूं याद होएगा डेल्टा टी बाय डेल्टा एक्स, या आपां वेलोसिटी ग्रेडियंट कीता सी डी वी बाय डी एक्स विस्कोसिटी वाले चैप्टर दे विच। तो इत्थे भी पोटेंशियल ग्रेडियंट है तो चेंज इन पोटेंशियल विद रिस्पैक्ट टू डिस्टेंस। तो पोटेंशियल डिस्टेंस दे नाल किवें वेरी करती है उसनूं पोटेंशियल ग्रेडियंट कहा जाता है। डी वी बाय डी आर नाल इसनूं रिप्रजेंट किया जाता है। तो इसका एक रिलेशनशिप आप इत्थे फाइंड करना इलैक्ट्रिक फील्ड इंटेंसिटी दे नाल, बहुत ही इंपॉर्टेंट है रिलेशन है। तो उनके लिए आप की यूज़ कर रहे हैं, देखो कि एक पॉइंट चार्ज है क्यों उसका इलैक्ट्रिक फील्ड आप शो किया जी इलैक्ट्रिक फील्ड इंटेंसिटी की डायरैक्शन है। दो पॉइंट अज्यूम कर रहे हैं ए तो बी। एक चार्ज क्यू नॉट है, क्यू नॉट नूं मूव कर रहे हैं ए तो बी, जिहड़ा कि डिस्टेंस जिहड़ा वो डी आर है। ठीक है जी। तो हुण जिवें जिवें आप चार्ज तो दूर जावांगे क्योंकि पोटेंशियल जिहड़ी है वी वो इनवर्सली प्रोपोर्शनल होंदी है आर दे। वी इज़ इनवर्सली प्रोपोर्शनल टू आर। जिवें जिवें डिस्टेंस इनक्रीज़ होएगा पोटेंशियल डिक्रीज़ करेगी, इलैक्ट्रिक फील्ड भी डिक्रीज़ करेगा, इलैक्ट्रिक फील्ड इंटेंसिटी भी डिक्रीज़ करती है जिवें जिवें इस चार्ज तो अवे जावांगे। ये सोर्स चार्ज है, ठीक है। तो इत्थे जो पोटेंशियल मैं अज्यूम कर रहा कि वी है, स्मॉल डिस्टेंस अवे पोटेंशियल होएगी वी माइनस डी वी। इन्हां दोनों पॉइंटां दे विच एक्चुअल दे विच पोटेंशियल डिफरेंस है डी वी का। तो जे एक चार्ज क्यू नोट नूं मूव करवाने फ्रॉम ए टू बी तो उसका वर्क डन कितना होएगा, ये वर्क डन आप कैलकुलेट करते हैं। देखो जी पहला आप वर्क डन कैलकुलेट करते हैं फोर्स मल्टीप्लाइड बाय डिस्प्लेसमेंट। तो देखो डी डब्ल्यू इज इक्वल टू फोर्स, क्यू नोट ई फोर्स होंदा, ठीक है, डी आर जो डिस्प्लेसमेंट है, तो कॉस थीटा इज इक्वल टू 0 क्योंकि जिस साइड ते इलैक्ट्रिक फील्ड इंटेंसिटी है जिस साइड ते फोर्स है उस साइड ते ही डी आर है। तो थीटा इज इक्वल टू 0, कॉस 0 इज इक्वल टू 1। तो एफ डी आर कॉस 0 1 हो गया, क्यू नोट ई डी आर ये वर्क डन हो गया। कि वर्क डन पर यूनिट टेस्ट चार्ज
इज़ इक्वल टू वी बी माइनस वी ए ਹੁੰਦਾ ਤੇ ਇੱਥੇ ਸਮੋਲ ਅਮਾਊਂਟ ਆਫ ਵਰਕ ਡਨ ਜਿਹੜਾ ਕਿਊ ਨੋਟ ਸੀ ਉਹ ਆਪਾਂ ਇਸ ਸਾਈਡ 'ਤੇ ਜਾ ਕੇ ਮਲਟੀਪਲਾਈ ਕਰ ਦਿੰਦੇ ਹਾਂ, ਠੀਕ ਹੈ। ਤਾਂ ਡੀ ਡਬਲਿਊ ਇਜ਼ ਇਕੁਅਲ ਟੂ ਕਿਊ ਨੋਟ ਵੀ ਬੀ ਮਾਈਨਸ ਵੀ ਏ। ਹੁਣ ਵੀ ਬੀ ਅਤੇ ਵੀ ਏ, ਵੀ ਬੀ ਕਿੰਨੀ ਹੈ ਜੀ, ਆਪਾਂ ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਦੇ ਹਾਂ। ਵੀ ਬੀ ਹੈ ਵੀ ਮਾਈਨਸ ਡੀ ਵੀ, ਅਤੇ ਵੀ ਏ ਕਿੰਨੀ ਹੈ ਵੀ, ਅਤੇ ਜਦੋਂ ਆਪਾਂ ਇਸ ਨੂੰ ਸੋਲਵ ਕਰਦੇ ਹਾਂ ਵੀ ਨਾਲ ਵੀ ਕੈਂਸਲ ਹੋ ਜਾਂਦਾ, ਇਕੱਲਾ ਮਾਈਨਸ ਡੀ ਵੀ ਰਹਿ ਜਾਂਦਾ ਅਤੇ ਬਣ ਜਾਏਗਾ ਜੀ ਮਾਈਨਸ ਕਿਊ ਨੋਟ ਡੀ ਵੀ। ਤਾਂ ਵਰਕ ਡਨ ਹੀ ਕੈਲਕੂਲੇਟ ਕੀਤਾ ਆਪਾਂ ਦੋ ਮੈਥਡਸ ਨਾਲ, ਫਰੋਮ ਇਕੁਏਸ਼ਨ 1 ਐਂਡ ਫਰੋਮ ਇਕੁਏਸ਼ਨ 2, ਦੋਨਾਂ ਨੂੰ ਇਕੁਏਟ ਕਰ ਦਿੰਦੇ ਹਾਂ। ਫਸਟ ਇਕੁਏਸ਼ਨ ਹੈ ਕਿਊ ਨੋਟ ਈ ਡੀ ਆਰ, ਇਕੁਏਸ਼ਨ ਹੈ ਮਾਈਨਸ ਕਿਊ ਨੋਟ ਡੀ ਵੀ, ਤਾਂ ਕਿਊ ਨੋਟ ਨਾਲ ਕਿਊ ਨੋਟ ਕੈਂਸਲ ਹੋ ਜਾਏਗਾ, ਠੀਕ ਹੈ ਜੀ। ਬਾਕੀ ਬਚ ਗਿਆ ਈ ਡੀ ਆਰ ਇਜ਼ ਇਕੁਅਲ ਟੂ ਮਾਈਨਸ ਡੀ ਵੀ, ਤਾਂ ਈ ਦੀ ਵੈਲਿਊ ਬਣ ਜਾਏਗੀ ਡੀ ਆਰ ਨਾਲ ਜਾ ਕੇ ਡਿਵਾਈਡ ਕਰ ਦਿਓ ਮਾਈਨਸ ਡੀ ਵੀ ਬਾਈ ਡੀ ਆਰ। ਤਾਂ ਡੀ ਵੀ ਬਾਈ ਡੀ ਆਰ ਕੀ ਰਿਪਰਜੈਂਟ ਕਰਦਾ ਹੈ ਪੋਟੈਂਸ਼ੀਅਲ ਗ੍ਰੇਡੀਅੰਟ ਨੂੰ, ਤਾਂ ਈ ਕੀ ਰਿਪਰਜੈਂਟ ਕਰਦੀ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਨੂੰ। ਤਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਇਜ਼ ਇਕੁਅਲ ਟੂ ਡੀ ਵੀ ਬਾਈ ਡੀ ਆਰ, ਪੋਟੈਂਸ਼ੀਅਲ ਗ੍ਰੇਡੀਅੰਟ ਦੇ ਮੈਗਨੀਟਿਊਡ ਦੇ ਵਿੱਚ ਇਕੁਅਲ ਹੁੰਦੀ ਹੈ, ਨਾਲ ਇੱਕ ਨੈਗੇਟਿਵ ਸਾਈਨ ਹੈ ਜੋ ਦੱਸਦਾ ਜੀ ਉਸਦੀ ਡਾਇਰੈਕਸ਼ਨ ਜਿਹੜੀ ਹੈ ਉਹ ਓਪੋਜ਼ਿਟ ਹੈ, ਕਿ ਜਿਸ ਸਾਈਡ 'ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਡਾਇਰੈਕਸ਼ਨ ਹੈ ਉਸ ਸਾਈਡ 'ਤੇ ਪੋਟੈਂਸ਼ੀਅਲ ਡਿਕਰੀਜ਼ ਕਰੇਗੀ। ਹੁਣ ਇਸ ਦੇ ਐਸ ਆਈ ਯੂਨਿਟਸ ਕੀ ਹੋਣਗੇ, ਕਿਉਂਕਿ ਡੀ ਵੀ ਬਾਈ ਡੀ ਆਰ ਹੈ ਅਤੇ ਇਸ ਦੇ ਐਸ ਆਈ ਯੂਨਿਟ ਹੋਣਗੇ ਜੀ ਵੀ ਦੇ ਪੋਟੈਂਸ਼ੀਅਲ ਦੇ ਵੋਲਟ ਅਤੇ ਆਰ ਦੇ ਮੀਟਰ, ਤਾਂ ਵੋਲਟ ਪਰ ਮੀਟਰ ਬਣ ਜਾਣਗੇ, ਅਤੇ ਇਹ ਵੈਕਟਰ ਕੁਆਂਟਿਟੀ ਹੈ ਜੀ। ਸੋ ਦੈਟਸ ਇਟ, ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਿਆ ਹੋਏਗਾ। ਇਫ ਯੂ ਹੈਵ ਐਨੀ ਪ੍ਰੋਬਲਮ ਯੂ ਕੈਨ ਆਸਕ ਮੀ। ਸੋ ਆਲ ਦ ਬੈਸਟ, ਹੈਵ ਅ ਨਾਈਸ ਡੇ।